ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਡਾਕਟਰ ਦਰਸ਼ਨਜੋਤ ਕੌਰ, ਮੋਹਾਲੀ ਤੋਂ। ਪਿਛਲੇ ਐਪੀਸੋਡ ਵਿੱਚ ਮੈਂ ਤੁਹਾਨੂੰ ਐਡੋਲੈਸੈਂਸ ਦੇ ਬਾਰੇ ਕੁਝ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਗਰਲਸ ਦੇ ਵਿੱਚ। ਹੁਣ ਉਸੇ ਹੀ ਟੌਪਿਕ ਨੂੰ ਅੱਗੇ ਲਿਜਾਂਦੇ ਹੋਏ ਅੱਜ ਮੈਂ ਤੁਹਾਡੇ ਨਾਲ ਅਡੋਲੈਸੈਂਟ ਗਰਲਸ ਦੀ ਡਾਈਟ ਬਾਰੇ ਕੁਝ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ। ਅਡੋਲੈਸੈਂਸ ਜਾਂ ਕਿਸ਼ੋਰ ਉਮਰ ਦੇ ਵਿੱਚ ਬੱਚੀ ਦੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿ ਸਾਰੀ ਉਮਰ ਦੀ ਸਿਹਤ ਜੋ ਹੈ ਇਸ ਉਮਰ ਦੀ ਸਿਹਤ ਉੱਤੇ ਨਿਰਭਰ ਕਰਦੀ ਹੈ। ਜੇ ਇਸ ਉਮਰ ਦੇ ਵਿੱਚ ਚੰਗੀਆਂ ਖਾਣ ਪੀਣ ਦੀਆਂ ਆਦਤਾਂ ਪੈ ਜਾਣਗੀਆਂ ਤਾਂ ਸਾਰੀ ਉਮਰ ਲਈ ਸਿਹਤ ਚੰਗੀ ਰਹੇਗੀ, ਕਿਉਂਕਿ ਇਸ ਉਮਰ ਵਿੱਚ ਪਈਆਂ ਆਦਤਾਂ ਸਾਰੀ ਉਮਰ ਹੀ ਸਾਡਾ ਸਾਥ ਦਿੰਦੀਆਂ ਹਨ। ਜੇ ਇੱਕ ਵਾਰੀ ਅੱਛੀਆਂ ਆਦਤਾਂ ਪੈ ਜਾਣ ਤਾਂ ਅਸੀਂ ਅੱਛੀਆਂ ਆਦਤਾਂ ਹੀ ਸਾਰੀ ਉਮਰ ਰੱਖਾਂਗੇ, ਅਤੇ ਜੇ ਕਦੇ ਕੋਈ ਗਲਤ ਆਦਤ ਪੈ ਜਾਂਦੀ ਹੈ ਤਾਂ ਉਹ ਜਲਦੀ ਕਿਤੇ ਅਸੀਂ ਛੱਡ ਨਹੀਂ ਸਕਦੇ। ਦੂਜਾ ਜੋ ਨੁਕਤਾ ਹੈ ਕਿ ਬਿਮਾਰੀਆਂ ਤੋਂ ਜਦੋਂ ਵੀ ਅਸੀਂ ਬਚਾਅ ਕਰਨਾ ਹੈ ਤਾਂ ਸਾਡੀ ਸਿਹਤ ਦੇ ਚੰਗਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਸਿਹਤ ਦਾ ਚੰਗਾ ਹੋਣਾ ਖੁਰਾਕ ਦੇ ਉੱਤੇ ਬਹੁਤ ਨਿਰਭਰ ਕਰਦਾ ਹੈ। ਹੋਰ ਨੁਕਤਿਆਂ ਤੋਂ ਇਲਾਵਾ ਖੁਰਾਕ ਦਾ ਜੋ ਆਸਪੈਕਟ ਹੈ ਉਹ ਵੀ ਬਹੁਤ ਇੰਪੋਰਟੈਂਟ ਆਸਪੈਕਟ ਹੈ। ਇਸ ਕਰਕੇ ਸਾਨੂੰ ਜੇ ਬਿਮਾਰੀਆਂ ਤੋਂ ਬਚਾਅ ਅਸੀਂ ਕਰਨਾ ਹੈ ਤਾਂ ਆਪਣੀ ਖੁਰਾਕ ਵੱਲ ਦੇਖਣਾ ਹੀ ਪੈਂਦਾ ਹੈ। ਬੱਚੇ ਦੀ ਮੈਮਰੀ ਜੋ ਹੈ ਉਸ ਦੀ ਦਿਮਾਗ ਦੀ ਡਿਵੈਲਪਮੈਂਟ ਉੱਤੇ ਡਿਪੈਂਡ ਕਰਦੀ ਹੈ, ਅਤੇ ਮੈਮਰੀ ਵਾਸਤੇ ਕੁਛ ਇੱਕ ਅਸੈਂਸ਼ੀਅਲ ਨਿਊਟਰੀਐਂਟਸ ਚਾਹੀਦੇ ਹੁੰਦੇ ਨੇ ਜਿਹੜੇ ਕਿ ਸਾਨੂੰ ਖੁਰਾਕ ਤੋਂ ਹੀ ਪ੍ਰਾਪਤ ਹੋ ਸਕਦੇ ਨੇ। ਅਤੇ ਜੇ ਸਾਡੀ ਖੁਰਾਕ ਨਹੀਂ ਠੀਕ ਹੋਏਗੀ, ਜੇ ਬੱਚੀ ਦੀ ਖੁਰਾਕ ਠੀਕ ਨਹੀਂ ਹੋਏਗੀ ਤਾਂ ਉਸ ਦੀ ਮੈਮਰੀ ਦੇ ਉੱਤੇ ਫਰਕ ਪਏਗਾ। ਅਤੇ ਜੇ ਅਸੀਂ ਚਾਹੁੰਦੇ ਹਾਂ ਕਿ ਬੱਚੀ ਆਪਣੀ ਪੜ੍ਹਾਈ ਦੇ ਵਿੱਚ ਉੱਚੀਆਂ ਬੁਲੰਦੀਆਂ 'ਤੇ ਪਹੁੰਚੇ ਤਾਂ ਉਸ ਨੂੰ ਠੀਕ ਖੁਰਾਕ ਦੇਣ ਦੀ ਮਹੱਤਤਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਫਿਰ ਜੋ ਸਾਡੀ ਬਾਡੀ ਦੀ ਲੁੱਕ ਹੁੰਦੀ ਹੈ ਉਹ ਵੀ ਖੁਰਾਕ ਉੱਤੇ ਡਿਪੈਂਡ ਕਰਦੀ ਹੈ। ਬੱਚੀਆਂ ਜੋ ਨੇ ਇਸ ਉਮਰ ਦੇ ਵਿੱਚ ਆਪਣੀ ਲੁੱਕ ਪ੍ਰਤੀ ਵੀ, ਦਿੱਖ ਪ੍ਰਤੀ ਵੀ ਕੌਨਸ਼ੀਅਸ ਹੋ ਜਾਂਦੀਆਂ ਨੇ ਕਿ ਉਹ ਦੂਜਿਆਂ ਨੂੰ ਦੇਖਣ ਵਿੱਚ ਕੈਸੀਆਂ ਲੱਗਦੀਆਂ ਨੇ, ਉਹਨਾਂ ਦੀ ਜਨਰਲ ਅਪੀਅਰੈਂਸ ਕੈਸੀ ਹੈ। ਅਤੇ ਜੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਜਨਰਲ ਅਪੀਅਰੈਂਸ ਜਾਂ ਫੇਸ਼ੀਅਲ ਲੁੱਕ ਅੱਛੀ ਲੱਗੇ, ਪਲੈਜ਼ੈਂਟ ਲੱਗੇ, ਤਾਂ ਉਹਨਾਂ ਨੂੰ ਪਲੈਜ਼ੈਂਟ ਲੱਗਣ ਵਾਸਤੇ ਖੁਰਾਕ ਵੀ ਪਲੈਜ਼ੈਂਟ ਹੀ ਚਾਹੀਦੀ ਹੈ। ਇਸ ਕਰਕੇ ਖੁਰਾਕ ਦੇ ਨੁਕਤਿਆਂ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਕਿਨ ਦਾ ਕਲਰ ਹੈ ਉਹ ਵੀ ਖੁਰਾਕ ਉੱਤੇ ਡਿਪੈਂਡ ਕਰਦਾ ਹੈ। ਹਾਈਟ ਬੱਚੇ ਦੀ ਵਧਣੀ ਹੁੰਦੀ ਹੈ ਇਸ ਉਮਰ ਦੇ ਵਿੱਚ, ਜੇ ਡਾਈਟ ਪ੍ਰੋਪਰ ਨਹੀਂ ਹੋਏਗੀ ਤਾਂ ਉਹ ਕੱਦ ਵੀ ਛੋਟਾ ਰਹਿ ਜਾਂਦਾ ਹੈ। ਅਤੇ ਜੇ ਜ਼ਿਆਦਾ ਅਨਬੈਲੈਂਸ ਡਾਈਟ ਹੋਏ, ਫੈਟ ਜ਼ਿਆਦਾ ਹੋਏ ਤਾਂ ਬੱਚੀਆਂ ਮੋਟੀਆਂ ਠੁੱਲੀਆਂ ਹੋ ਜਾਂਦੀਆਂ ਨੇ, ਜਾਂ ਅਗਰ ਉਹ ਘੱਟ ਖਾਂਦੀਆਂ ਨੇ ਤਾਂ ਬਿਲਕੁਲ ਪਤਲੀਆਂ ਹੋ ਜਾਂਦੀਆਂ ਨੇ। ਮਤਲਬ ਕਹਿੰਦਾ ਹੈ ਕਿ ਸਭ ਕੁਝ ਬੈਲੈਂਸ ਵਿੱਚ ਹੋਣਾ ਚਾਹੀਦਾ ਹੈ। ਇਸ ਕਰਕੇ ਸਾਡੀ ਡਾਈਟ ਜੋ ਹੈ ਉਹ ਵੀ ਬੈਲੈਂਸਡ ਹੋਣੀ ਚਾਹੀਦੀ ਹੈ, ਤਾਂ ਹੀ ਆਪਾਂ ਬੱਚੀ ਦੀ ਸਿਹਤ ਨੂੰ ਠੀਕ ਰੱਖ ਸਕਦੇ ਹਾਂ। ਆਉਣ ਵਾਲੀ ਸਾਰੀ ਉਮਰ ਦੀ ਸਿਹਤ ਜੋ ਹੈ ਬੱਚੀ ਦੀ ਇਸ ਉਮਰ ਦੀ ਸਿਹਤ ਉੱਤੇ ਡਿਪੈਂਡ ਕਰਦੀ ਹੈ। ਮਾਂ ਬਾਪ ਨੂੰ, ਕੇਅਰ ਟੇਕਰਸ ਨੂੰ ਅਤੇ ਬੱਚੀ ਨੂੰ ਆਪ ਇਹਨਾਂ ਨੁਕਤਿਆਂ ਦੇ ਬਾਰੇ ਜਾਣਕਾਰੀ ਹੋਵੇਗੀ ਤਾਂ ਹੀ ਅਵੇਅਰਨੈਸ ਕ੍ਰੀਏਟ ਕੀਤੀ ਜਾ ਸਕਦੀ ਹੈ। ਬਿਨਾਂ ਅਵੇਅਰਨੈਸ ਦੇ ਤੁਸੀਂ ਕੋਈ ਵੀ ਡਾਈਟ ਪਲਾਨ ਜਿਹੜੀ ਹੈ ਉਸ ਨੂੰ ਅੱਗੋਂ ਤੱਕ ਕੰਟੀਨਿਊ ਨਹੀਂ ਕਰ ਸਕਦੇ। ਥੋੜ੍ਹੀ ਦੇਰ ਵਾਸਤੇ ਤਾਂ ਮਨ ਮਾਰ ਕੇ ਕੀਤਾ ਜਾ ਸਕਦਾ ਹੈ, ਪਰ ਜੇ ਅਵੇਅਰਨੈਸ ਨਾ ਹੋਵੇ ਤਾਂ ਥੋੜ੍ਹੀ ਦੇਰ ਬਾਅਦ ਫਿਰ ਸਭ ਕੁਝ ਪਹਿਲਾਂ ਵਾਂਗ ਹੀ ਹੋ ਜਾਂਦਾ ਹੈ। ਇਸ ਲਈ ਖੁਰਾਕ ਦੀ ਅਵੇਅਰਨੈਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਬੱਚੀ ਦੀ ਦਿੱਖ ਮਾੜੀ ਹੋਏਗੀ ਤਾਂ ਕੀ ਹੋਏਗਾ, ਉਹਦੀ ਮਾਨਸਿਕ ਅਵਸਥਾ ਉੱਤੇ ਵੀ ਫਰਕ ਪਏਗਾ। ਜੇ ਉਹ ਦੇਖਣ ਵਿੱਚ ਚੰਗੀ ਨਹੀਂ ਲੱਗਦੀ, ਦੂਜਿਆਂ ਵਿੱਚ ਬੈਠੇ ਹੋਏ ਔਡ ਲੱਗਦੀ ਹੈ, ਬਹੁਤ ਮੋਟੀ ਹੈ ਜਾਂ ਬਹੁਤ ਪਤਲੀ ਹੈ, ਜਾਂ ਉਸ ਦਾ ਚਿਹਰੇ ਦੇ ਉੱਤੇ ਹੈਲਦੀ ਲੁੱਕ ਨਹੀਂ ਹੈ, ਪਿੰਕਿਸ਼ ਕਲਰ ਨਹੀਂ ਹੈ, ਜੋ ਇਸ ਉਮਰ ਵਿੱਚ ਕੰਪਲੈਕਸ਼ਨ ਹੋਣਾ ਚਾਹੀਦਾ ਉਹੋ ਜਿਹਾ ਨਹੀਂ ਹੈ, ਤਾਂ ਫਿਰ ਉਸ ਨੂੰ ਢਹਿੰਦੀ ਕਲਾ ਜਾਂ ਯੂ ਕੈਨ ਸੇ ਕਿ ਸਲਾਈਟਲੀ ਨੈਗੇਟਿਵ ਥਿੰਕਿੰਗ, ਨਾਟ ਡਿਪਰੈਸ਼ਨ ਐਜ਼ ਸੱਚ, ਬਟ ਆਪਣਾ ਨੈਗੇਟਿਵ ਸਾਈਡ ਵੱਲ ਸੋਚ ਜੋ ਹੈ ਜਾਣੀ ਸ਼ੁਰੂ ਹੋ ਜਾਂਦੀ ਹੈ। ਫਲਸਰੂਪ ਬੱਚੀ ਜਿਹੜੀ ਹੈ ਇਰੀਟੇਬਲ ਹੋ ਜਾਂਦੀ ਹੈ, ਉਹਦੇ ਵਿੱਚ ਇਨਫੀਰੀਓਰਿਟੀ ਕੰਪਲੈਕਸ ਆ ਜਾਂਦਾ ਹੈ, ਉਹ ਦੂਜਿਆਂ ਵਿੱਚ ਬੈਠਣ ਤੋਂ ਗੁਰੇਜ਼ ਕਰਦੀ ਹੈ, ਸੋਸ਼ਲ ਨਹੀਂ ਰਹਿੰਦੀ, ਉਸ ਦਾ ਐਟੀਟਿਊਡ, ਉਸ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ
ਉਹ ਨੋਰਮਲ ਸਮਾਜ ਦੇ ਵਿੱਚ ਜਿਵੇਂ ਆਪਾਂ ਨੂੰ ਚੱਲਣਾ ਚਾਹੀਦਾ ਹੈ ਉਸ ਦੇ ਨਾਲੋਂ ਡੈਵੀਏਟ ਹੋ ਜਾਂਦੀਆਂ ਨੇ। ਅਤੇ ਐਸਾ ਵੀ ਹੋ ਸਕਦਾ ਹੈ ਕਿ ਜਦੋਂ ਜ਼ਿਆਦਾ ਹੀ ਉਹਦੇ 'ਤੇ ਮੋਟਾਪਾ ਚੜ੍ਹ ਜਾਵੇ ਜਾਂ ਬਿਲਕੁਲ ਹੀ ਸੁੱਕੜੀ ਹੋਵੇ ਤਾਂ ਫਿਰ ਉਸ ਦੇ ਅੰਦਰ ਇੱਕ ਕੰਪਲੈਕਸ ਆ ਜਾਂਦਾ ਹੈ ਅਤੇ ਉਹ ਇੰਟਰੋਵਰਟ ਹੋ ਜਾਂਦੀ ਹੈ, ਕਿਉਂਕਿ ਕਿਸੇ ਨਾਲ ਮੇਲ ਜੋਲ ਨਹੀਂ ਰੱਖਦੀ ਅਤੇ ਆਪਣੇ ਆਪ ਹੀ ਮਸਤ ਰਹਿੰਦੀ ਹੈ ਅਤੇ ਇੰਟਰੋਵਰਟ ਵੀ ਹੋ ਸਕਦੀ ਹੈ। ਇਸ ਕਰਕੇ ਸਾਨੂੰ ਇਸ ਉਮਰ ਦੀਆਂ ਬੱਚੀਆਂ ਦੀ ਡਾਇਟ ਦੇ ਬਾਰੇ ਅਵੇਅਰਨੈਸ ਪ੍ਰਾਪਤ ਕਰਨੀ ਬਹੁਤ ਹੀ ਮਹੱਤਵਪੂਰਨ ਹੈ। ਇਸ ਉਮਰ ਦੇ ਵਿੱਚ ਬੱਚੇ ਆਪ ਉੱਧਰੇ ਹੁੰਦੇ ਨੇ, ਤੁਹਾਡੀ ਮੰਨਦੇ ਵੀ ਘੱਟ ਨੇ। ਆਪਾਂ ਉਹਨਾਂ ਨੂੰ ਫੋਰਸ ਵੀ ਨਹੀਂ ਕਰ ਸਕਦੇ ਇਹ ਚੀਜ਼ ਖਾਓ ਉਹ ਨਾ ਖਾਓ, ਕਨਵਿੰਸ ਕਰਨਾ ਪੈਂਦਾ ਹੈ। ਕਨਵਿੰਸ ਕਰਨ ਵਾਸਤੇ ਡਾਇਟ ਦੇ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਤੁਸੀਂ ਆਪਣੀ ਸਿਹਤ ਨੂੰ, ਆਪਣੀ ਦਿੱਖ ਨੂੰ ਠੀਕ ਰੱਖਣ ਵਾਸਤੇ ਠੀਕ ਖੁਰਾਕ ਲੈਣੀ ਹੈ ਅਤੇ ਉਹਨਾਂ ਨੂੰ ਫਿਰ ਠੀਕ ਖੁਰਾਕ ਦੀ ਜੋ ਜਾਣਕਾਰੀ ਹੈ ਉਹ ਵੀ ਸਾਨੂੰ ਦੇਣੀ ਪਏਗੀ, ਜੋ ਮੈਂ ਤੁਹਾਨੂੰ ਹੁਣੇ ਦੱਸਾਂਗੀ। ਹੁਣ ਆਪਾਂ ਇਹ ਦੇਖਣਾ ਹੈ ਕਿ ਬੱਚੀ ਆਪਣੀ ਖੁਰਾਕ ਠੀਕ ਲੈ ਰਹੀ ਹੈ ਕਿ ਨਹੀਂ ਲੈ ਰਹੀ। ਉਹਦੇ ਵਾਸਤੇ ਕੁਛ ਇੱਕ ਆਪਾਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਵੱਲ ਧਿਆਨ ਦੇਣਾ ਹੈ। ਇਹ ਦੇਖਣਾ ਹੈ ਕਿ ਉਸ ਦਾ ਜੋ ਭਾਰ ਹੈ ਉਹ ਆਪਣੀ ਉਮਰ ਦੇ ਹਿਸਾਬ ਦੇ ਨਾਲ ਕਿੰਨਾ ਹੈ। 10% ਡੈਵੀਏਸ਼ਨ ਨਾਰਮਲ ਹੈ, 10% ਜ਼ਿਆਦਾ ਜਾਂ 10% ਘੱਟ ਉਸ ਨੂੰ ਅਸੀਂ ਨਾਰਮਲ ਲੈਂਦੇ ਹਾਂ। ਭਾਵੇਂ ਬੋਡੀ ਵੇਟ ਜਾਂ ਹਾਈਟ ਜੀਨਸ ਦੇ ਉੱਤੇ ਵੀ ਡਿਪੈਂਡ ਕਰਦੀ ਹੈ, ਹੋਰ ਵੀ ਕਈ ਰੀਜ਼ਨਸ ਹੁੰਦੇ ਨੇ, ਬਟ ਵਨ ਆਫ ਦਾ ਇੰਪੋਰਟੈਂਟ ਆਸਪੈਕਟਸ ਇਜ਼ ਡਾਇਟ ਆਲਸੋ। ਜੇ ਜੀਨਸ ਠੀਕ ਹੋਣ ਅਤੇ ਡਾਇਟ ਪ੍ਰੋਪਰ ਨਾ ਮਿਲੇ ਤਾਂ ਵੀ ਹਾਈਟ ਘੱਟ ਰਹਿ ਜਾਂਦੀ ਹੈ। ਅਸੀਂ ਦੇਖਿਆ ਹੋਣਾ ਕਈ ਵਾਰੀ ਕਿ ਲੰਬੇ ਲੰਬੇ ਮਾਂ ਬਾਪ ਹੁੰਦੇ ਨੇ ਅਤੇ ਬੱਚਾ ਬਿਲਕੁਲ ਗਿੱਠਾ ਹੁੰਦਾ, ਕਿਉਂਕਿ ਉਹ ਬੱਚੇ ਦੀ ਡਾਇਟ ਵੱਲ ਪ੍ਰੋਪਰ ਧਿਆਨ ਨਹੀਂ ਦੇ ਰਹੇ ਹੁੰਦੇ। ਇਸ ਲਈ ਬੱਚੀ ਦਾ ਭਾਰ ਨਾ ਤਾਂ ਟੇਬਲਸ ਦੇ ਹਿਸਾਬ ਦੇ ਨਾਲ ਬਹੁਤਾ ਘੱਟ ਹੋਵੇ ਅਤੇ ਨਾ ਹੀ ਬਹੁਤਾ ਵੱਧ ਹੋਵੇ। ਇਹ ਇੱਕ ਆਪਾਂ ਰੱਖਦੇ ਹਾਂ ਜਿਸ ਨੂੰ ਮਤਲਬ ਆਪਣਾ ਮੈਜ਼ਰਮੈਂਟ ਕਰਨ ਵਾਸਤੇ ਇੱਕ ਟੂਲ ਹੈ ਕਿ ਉਸਦੀ ਡਾਇਟ ਠੀਕ ਜਾ ਰਹੀ ਹੈ ਕਿ ਨਹੀਂ। ਇੱਕ ਚੀਜ਼ ਤਾਂ ਇਹ ਨੋਟ ਕਰਨੀ ਹੈ। ਦੂਜੀ ਅਸੀਂ ਨੋਟ ਕਰਨੀ ਹੈ ਕਿ ਉਸ ਦਾ ਕੱਦ ਜੋ ਹੈ ਉਹ ਠੀਕ ਢੰਗ ਨਾਲ ਵੱਧ ਰਿਹਾ ਕਿ ਨਹੀਂ ਵੱਧ ਰਿਹਾ, ਕਿਉਂਕਿ ਜੇ ਹੁਣ ਨਹੀਂ ਵਧੇਗਾ ਤਾਂ ਸਾਰੀ ਉਮਰ ਵਾਸਤੇ ਹੀ ਉਸ ਦਾ ਕੱਦ ਛੋਟਾ ਰਹਿ ਜਾਏਗਾ। ਬਾਅਦ ਵਿੱਚ ਜਾ ਕੇ ਕੱਦ ਵਧਣਾ ਬੰਦ ਹੋ ਜਾਂਦਾ ਹੈ। ਇਹ ਹੀ ਉਮਰ ਹੁੰਦੀ ਹੈ ਜਦੋਂ ਕਿ ਕੱਦ ਵਿੱਚ ਵਾਧਾ ਹੁੰਦਾ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ। ਕਿਸ਼ੋਰ ਉਮਰ ਆਪਾਂ 10 ਸਾਲ ਤੋਂ ਉਮਰ ਸ਼ੁਰੂ ਕਰਦੇ ਹਾਂ ਅਤੇ 10 ਤੋਂ 12 ਸਾਲ ਦੀ ਉਮਰ ਦੇ ਵਿੱਚ 5 ਸੈਂਟੀਮੀਟਰ ਪਰ ਈਅਰ ਹਾਈਟ ਦਾ ਵਧਣਾ ਜ਼ਰੂਰੀ ਹੈ। ਆਪਾਂ ਹਰ ਮਹੀਨੇ ਹਾਈਟ ਨਹੀਂ ਦੇਖਣੀ, ਸਾਲ ਦੇ ਬਾਅਦ ਦੇਖ ਲਵੋ ਭਾਵੇਂ, ਪਰ ਮਤਲਬ ਜੋ ਆਪਾਂ ਜੱਜਮੈਂਟ ਕ੍ਰਾਈਟੀਰੀਆ ਲੈਂਦੇ ਹਾਂ ਉਹ ਸਾਲ ਬਾਅਦ ਦੇਖਣਾ ਹੈ ਕਿ ਇੱਕ ਸਾਲ ਦੇ ਵਿੱਚ 5 ਸੈਂਟੀਮੀਟਰ ਹਾਈਟ ਵਧੀ ਕਿ ਨਹੀਂ। ਪਹਿਲਾਂ ਬੇਸਿਕ ਹਾਈਟ ਦੇਖ ਲਵੋ 10 ਸਾਲ ਦੀ ਉਮਰ 'ਤੇ, ਫਿਰ ਦੇਖੋ 11 ਸਾਲ ਦੀ ਉਮਰ ਉੱਤੇ 5 ਸੈਂਟੀਮੀਟਰ ਵਧੀ ਕਿ ਨਹੀਂ, ਫਿਰ 12 ਸਾਲ ਦੀ ਉਮਰ ਤੱਕ ਪਹੁੰਚ ਕੇ ਹੋਰ 5 ਸੈਂਟੀਮੀਟਰ ਵਧੀ ਕਿ ਨਹੀਂ। ਫਿਰ 12 ਸਾਲ ਤੋਂ ਬਾਅਦ ਨੈਕਸਟ ਜਦੋਂ 13 ਸਾਲ ਦੀ ਉਮਰ ਆਉਂਦੀ ਹੈ ਤਾਂ 12 ਤੋਂ 18 ਸਾਲ ਦੀ ਉਮਰ ਤੱਕ 9 ਸੈਂਟੀਮੀਟਰਸ ਪਰ ਈਅਰ, 9 ਸੈਂਟੀਮੀਟਰ ਇੱਕ ਸਾਲ ਦੇ ਵਿੱਚ ਵਧਣੀ ਚਾਹੀਦੀ ਹੈ। ਅਤੇ ਹਰ ਸਾਲ ਸਾਨੂੰ ਇਹ ਇੱਕ ਲਿਖ ਕੇ ਰੱਖਣਾ ਚਾਹੀਦਾ ਹੈ। ਜੇ ਹਾਈਟ ਠੀਕ ਨਹੀਂ ਵੱਧ ਰਹੀ ਤਾਂ ਤੁਸੀਂ ਆਪਣਾ ਐਨਾਲਿਸਿਸ ਕਰੋ ਕਿ ਖੁਰਾਕ ਦੇ ਵਿੱਚ ਕਿੱਥੇ ਕਮੀ ਰਹਿ ਗਈ ਹੈ ਜਾਂ ਕੋਈ ਹੋਰ ਕਾਰਨ ਤਾਂ ਨਹੀਂ। ਜੇ ਤੁਸੀਂ ਖੁਰਾਕ ਠੀਕ ਦੇ ਰਹੇ ਹੋ ਤਾਂ ਫਿਰ ਡਾਕਟਰ ਕੋਲ ਜਾ ਕੇ ਦਿਖਾਉਣ ਦੀ ਲੋੜ ਵੀ ਪੈ ਸਕਦੀ ਹੈ। ਜਿਹੜਾ ਵੇਟ ਹੈ ਆਪਾਂ ਟੇਬਲਸ ਤੋਂ ਦੇਖ ਲੈਣਾ ਹੈ। ਟੇਬਲਸ ਰੈਡੀਲੀ ਅਵੇਲੇਬਲ ਨੇ। ਹਾਈਟ ਵੇਟ ਟੇਬਲ, ਬੱਚੀ ਦੀ ਉਮਰ ਦੇ ਹਿਸਾਬ ਦੇ ਨਾਲ ਵੇਟ ਕਿੰਨਾ ਚਾਹੀਦਾ ਹੈ, ਬੱਚੀ ਦੀ ਉਮਰ ਦੇ ਹਿਸਾਬ ਦੇ ਨਾਲ ਉਸਦੀ ਹਾਈਟ ਕਿੰਨੀ ਚਾਹੀਦੀ ਹੈ। ਜਿਹੜਾ ਇੰਡੀਅਨ ਸਟੈਂਡਰਡਸ ਦਾ ਟੇਬਲ ਹੈਗਾ ਉਸ ਨੂੰ ਤੁਸੀਂ ਫੋਲੋ ਕਰ ਸਕਦੇ ਹੋ। ਅਗਲੀ ਗੱਲ ਜੋ ਧਿਆਨ ਰੱਖਣ ਵਾਲੀ ਹੈ ਬੱਚੀਆਂ ਦੀ ਖੁਰਾਕ ਦੇ ਵਿੱਚ, ਕਿ ਖੁਰਾਕ ਦੇ ਵਿੱਚੋਂ ਸਾਨੂੰ ਅਸੈਂਸ਼ੀਅਲ ਨਿਊਟਰੀਐਂਟਸ, ਜ਼ਰੂਰੀ ਤੱਤ ਪ੍ਰਾਪਤ ਜ਼ਰੂਰ ਹੋਣੇ ਚਾਹੀਦੇ ਨੇ, ਤਾਂ ਹੀ ਉਸ ਦਾ ਭਾਰ ਵੀ ਠੀਕ ਵਧੇਗਾ, ਹਾਈਟ ਵੀ ਠੀਕ ਵਧੇਗੀ, ਉਸ ਦੀ ਕੰਪਲੈਕਸ਼ਨ ਵੀ ਠੀਕ ਰਹੇਗਾ ਜੋ ਅਸੀਂ ਚਾਹੁੰਦੇ ਹਾਂ। ਕੋਲਡ ਡਰਿੰਕਸ ਬਿਲਕੁਲ ਅਵੋਇਡ ਕਰੋ, ਕਿਉਂਕਿ ਕੋਲਡ ਡਰਿੰਕਸ ਦੇ ਵਿੱਚ ਐਕਸਟਰਾ ਕੈਲਰੀਜ਼ ਤਾਂ ਹੁੰਦੀਆਂ ਹੀ ਨੇ। ਉਸ ਦੇ ਇਲਾਵਾ ਐਸਿਡ ਹੁੰਦਾ ਹੈ, ਕਾਰਬਨ ਡਾਈਆਕਸਾਈਡ ਹੁੰਦੀ ਹੈ, ਐਕਸਟਰਾ ਸ਼ੂਗਰ ਬਹੁਤ ਜ਼ਿਆਦਾ ਪਾਈ ਹੁੰਦੀ ਹੈ। ਜੇ ਕੈਲਕੂਲੇਟ ਕਰਕੇ ਦੇਖੋ ਤਾਂ ਤੁਸੀਂ ਹੈਰਾਨ ਹੋ ਜਾਵੋਗੇ। ਅਤੇ ਇਸੇ ਤਰ੍ਹਾਂ ਉਹਦੇ ਵਿੱਚ ਕੈਫੀਨ ਵੀ ਹੁੰਦੀ ਹੈ। ਜੋ ਕੈਫੀਨ ਹੈ ਉਹ ਨੀਂਦ ਦੀ ਸਮੱਸਿਆ ਪੈਦਾ ਕਰਦੀ ਹੈ ਅਤੇ ਕੈਲਸ਼ੀਅਮ ਅਤੇ ਆਇਰਨ ਦੀ ਐਬਜ਼ੋਰਪਸ਼ਨ ਨੂੰ ਹਿੰਡਰ ਕਰਦੀ ਹੈ। ਐਸਿਡ ਅਤੇ ਕਾਰਬਨ ਡਾਈਆਕਸਾਈਡ ਜਿਹੜੇ ਨੇ ਉਹ ਜਦੋਂ ਆਪਣਾ ਕੋਲਡ ਡਰਿੰਕਸ ਵਿੱਚ ਹੁੰਦੇ ਨੇ ਅਤੇ ਸਾਡੇ ਅੰਦਰ ਜਾਂਦੇ ਨੇ ਤਾਂ ਸਾਡੀਆਂ ਹੱਡੀਆਂ ਅਤੇ ਦੰਦ ਖੁਰਨ ਲੱਗ ਜਾਂਦੇ ਨੇ। ਦੰਦ ਦੇਖਿਆ ਹੋਣਾ ਤੁਸੀਂ ਅੱਜ ਕੱਲ੍ਹ ਬੱਚਿਆਂ ਦੇ ਬੜੇ ਹੈਲਦੀ ਨਹੀਂ ਹੁੰਦੇ, ਗੰਦੇ ਜਿਹੇ ਹੁੰਦੇ ਨੇ।
ਉਹਦਾ ਕਾਰਨ ਇਹ ਹੀ ਹੈ ਕਿ ਕੋਲਡ ਡਰਿੰਕਸ 'ਤੇ ਜ਼ੋਰ ਦਿੱਤਾ ਹੁੰਦਾ ਉਹਨਾਂ ਨੇ। ਹੱਡੀਆਂ ਵੀ ਉਹਨਾਂ ਦੀਆਂ ਵੀਕ ਹੁੰਦੀਆਂ ਨੇ ਜਿਉਂ ਜਿਹੜੇ ਬੱਚੇ ਕੋਲਡ ਡਰਿੰਕਸ ਜ਼ਿਆਦਾ ਪੀਂਦੇ ਨੇ, ਦੂਜੇ ਨਹੀਂ, ਦੂਜਿਆਂ ਵਿੱਚ ਤਾਂ ਠੀਕ ਰਹਿੰਦਾ ਹੈ। ਅਤੇ ਕਿਉਂਕਿ ਐਕਸਟਰਾ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ, ਅਤੇ ਇਹਦੇ ਨਾਲ ਫਿਰ ਮੋਟਾਪਾ ਵੀ ਹੁੰਦਾ। ਕਈ ਵਾਰੀ ਪੇਰੈਂਟਸ ਨੂੰ ਇੰਝ ਲੱਗਦਾ ਹੈ ਕਿ ਵੀ ਬੱਚੇ ਜਿਹੜੇ ਨੇ ਸਾਡੀ ਡਾਇਟ ਤਾਂ ਬਹੁਤੀ ਲੈਂਦੇ ਨਹੀਂ, ਪਤਾ ਨਹੀਂ ਕਿਉਂ ਇੰਨੇ ਮੋਟੇ ਹੋ ਗਏ ਨੇ। ਪਰ ਉਹਨਾਂ ਨੂੰ ਇਸ ਗੱਲ ਦਾ ਧਿਆਨ ਨਹੀਂ ਰਹਿੰਦਾ ਕਿ ਫਰਿੱਜ ਵਿੱਚ ਉਹਨਾਂ ਨੇ ਕੋਲਡ ਡਰਿੰਕਸ ਲਿਆ ਕੇ ਫਰਿੱਜ ਨੂੰ ਇੰਝ ਤੋੜਿਆ ਹੁੰਦਾ। ਬੱਚੇ ਨੂੰ ਭੁੱਖ ਲੱਗਦੀ ਹੈ, ਰੋਟੀ ਤਾਂ ਉਹ ਖਾਏਗਾ ਨਹੀਂ, ਚੁੱਕ ਕੇ ਕੋਲਡ ਡਰਿੰਕ ਪੀ ਲੈਂਦਾ, ਚਾਕਲੇਟ ਲੈ ਲਏਗਾ, ਆਈਸਕ੍ਰੀਮ ਲੈ ਲਏਗਾ। ਇਹੋ ਜਿਹੀਆਂ ਚੀਜ਼ਾਂ ਸਾਡੇ ਫਰਿੱਜਾਂ ਵਿੱਚ ਅੱਜ ਕੱਲ੍ਹ ਆਮ ਹੀ ਪਈਆਂ ਹੁੰਦੀਆਂ ਨੇ। ਰੈਡੀਮੇਡ ਫੂਡ ਜਿਹੜੇ ਨੇ ਪੇਰੈਂਟਸ ਰੱਖ ਕੇ ਜਾਂਦੇ ਨੇ, ਕਿਉਂਕਿ ਉਹ ਡਿਊਟੀਆਂ 'ਤੇ ਜਾਂਦੇ ਨੇ, ਬੱਚਿਆਂ ਨੂੰ ਦੇਖਣ ਦਾ ਉਹਨਾਂ ਕੋਲ ਟਾਈਮ ਹੀ ਕੋਈ ਨਹੀਂ। ਦਿਆ ਸੋ ਬਿਜ਼ੀ ਇਨ ਦੇਅਰ ਪ੍ਰੋਫੈਸ਼ਨ ਕਿ ਬੱਚਿਆਂ ਦੀ ਕੇਅਰ ਜਿਹੜੀ ਹੈ ਉਹ ਸਰਵੈਂਟਸ ਉੱਤੇ ਛੱਡੀ ਹੁੰਦੀ ਹੈ। ਜੁਆਇੰਟ ਫੈਮਲੀਜ਼ ਅੱਜ ਕੱਲ੍ਹ ਹੈ ਨਹੀਂ ਕਿ ਦਾਦਾ ਦਾਦੀ ਧਿਆਨ ਰੱਖ ਲੈਣਗੇ। ਇਸ ਕਰਕੇ ਅੱਜ ਕੱਲ੍ਹ ਬੱਚਿਆਂ ਨੂੰ ਜਿਹੜਾ ਮੋਟਾਪੇ ਦਾ ਕਾਰਨ ਹੈ, ਵਨ ਆਫ ਦਾ ਇੰਪੋਰਟੈਂਟ ਸਿਗਨੀਫਿਕੈਂਟ ਰੀਜ਼ਨ ਇਜ਼ ਕੰਜ਼ੰਪਸ਼ਨ ਆਫ ਕੋਲਡ ਡਰਿੰਕਸ ਐਂਡ ਆਈਸਕ੍ਰੀਮ, ਡੇਅਰੀ ਪ੍ਰੋਡਕਟਸ ਐਟਸੈਟਰਾ। ਚਾਹ ਵੀ ਉਹਨਾਂ ਨੂੰ ਘੱਟ ਤੋਂ ਘੱਟ ਦੇਣੀ ਚਾਹੀਦੀ ਹੈ, ਕਿਉਂਕਿ ਚਾਹ ਵਿੱਚ ਵੀ ਕੈਫੀਨ ਹੈ ਅਤੇ ਆਇਰਨ ਦੀ ਐਬਜ਼ੋਰਪਸ਼ਨ ਘੱਟ ਹੁੰਦੀ ਹੈ ਉਹਦੇ ਨਾਲ। ਆਈਸਕ੍ਰੀਮ, ਨੂਡਲਸ, ਚਿਪਸ, ਇਹ ਸਾਰੀਆਂ ਚੀਜ਼ਾਂ ਮੋਟਾਪਾ ਕਰਦੀਆਂ ਨੇ। ਹੁਣ ਆਪਾਂ ਇੱਕ ਕੁਐਸਚਨ ਪੈਦਾ ਹੁੰਦਾ ਹੈ ਕਿ ਸਾਰਾ ਕੁਝ ਅਵੇਲੇਬਲ ਹੈ, ਬੱਚਾ ਵੀ ਦੇਖਦਾ ਹੈ, ਉਹਦਾ ਮਨ ਵੀ ਕਰਦਾ ਖਾਣ 'ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ ਇਸ ਚੀਜ਼ ਤੋਂ। ਪਹਿਲੀ ਗੱਲ ਤਾਂ ਉਹਨੂੰ ਇਹ ਕਿ ਅਵੇਅਰਨੈਸ ਹੋਏਗੀ ਕਿ ਇਹਨਾਂ ਚੀਜ਼ਾਂ ਨਾਲ ਮੈਨੂੰ ਕੀ ਨੁਕਸਾਨ ਹੋ ਸਕਦਾ ਹੈ, ਤਾਂ ਆਪ ਹੀ ਖਾਣ ਤੋਂ ਡਰੇਗੀ। ਪਰ ਦੂਜਾ ਹੈ ਕਿ ਤੁਸੀਂ ਇੱਕ 80-20 ਰੂਲ ਰੱਖ ਲਵੋ, ਮਤਲਬ 80% ਟਾਈਮ ਤੁਸੀਂ ਹੈਲਦੀ ਡਾਇਟ ਦੇਣੀ ਹੈ ਬੱਚੇ ਨੂੰ, ਅਤੇ 20% ਟਾਈਮ ਜਿਹੜਾ ਉਹਨੂੰ ਅਲਾਓ ਕਰ ਦਿਓ ਕਿ ਤੁਸੀਂ ਆਪਣੀ ਮਰਜ਼ੀ ਨਾਲ ਜੇ ਕੁਛ ਐਸੀ ਚੀਜ਼ ਖਾਣਾ ਚਾਹੁੰਦੇ ਹੋ ਤਾਂ ਖਾ ਲਵੋ, ਇਹਦੇ ਨਾਲ ਕੋਈ ਬਹੁਤਾ ਨੁਕਸਾਨ ਨਹੀਂ ਹੁੰਦਾ। ਅਪ ਟੂ 20% ਬਾਡੀ ਦੀ ਕੈਪੈਸਿਟੀ ਹੁੰਦੀ ਹੈ ਕਿ ਉਹ ਇਸ ਨੂੰ ਕਵਰ ਕਰ ਜਾਂਦੀ ਹੈ। ਜੇ 80% ਟਾਈਮਸ ਜਿਹੜਾ ਸਾਡਾ ਡਾਇਟ ਹੈਗੀ ਹੈ ਬੈਲੈਂਸਡ ਅਤੇ ਪ੍ਰੋਪਰ ਠੀਕ ਹੋਏਗੀ, ਤਾਂ 20% ਟਾਈਮਸ ਜੇ ਅਸੀਂ ਗਲਤ ਖੁਰਾਕ ਵੀ ਲੈ ਲੈਂਦੇ ਹਾਂ ਤਾਂ ਉਹਦਾ ਸਿਹਤ ਦੇ ਉੱਤੇ ਬਹੁਤਾ ਅਸਰ ਨਹੀਂ ਪੈਂਦਾ। ਪਰ ਜੇ ਬੱਚੀ ਨੂੰ ਅਵੇਅਰਨੈਸ ਹੋ ਜਾਏਗੀ, ਉਹਨੇ ਆਪੇ ਹੀ ਸਾਰਾ ਕੁਝ ਛੱਡ ਦੇਣਾ। ਹੁਣ ਅਸੀਂ ਕਹਿੰਦੇ ਹਾਂ ਕੋਲਡ ਡਰਿੰਕਸ ਨਹੀਂ ਦੇਣੀਆਂ, ਹੁਣ ਪੀਣ ਲਈ ਫਿਰ ਦਿਓ ਕੀ, ਕੁਛ ਤਾਂ ਦੇਣਾ ਨਾ ਬੱਚੇ ਨੂੰ, ਕਿਉਂਕਿ ਮਨ ਕਰਦਾ ਹੈ, ਗਰਮੀਆਂ 'ਚ ਵੀ ਪੀਣ 'ਤੇ ਮਨ ਕਰਦਾ, ਵੈਸੇ ਵੀ ਮਨ ਕਰਦਾ ਹੈ। ਉਹਦਾ ਟੇਸਟ ਚੇਂਜ ਕਰਨ ਦੀ ਕੋਸ਼ਿਸ਼ ਕਰੋ। ਤੁਸੀਂ ਉਸ ਨੂੰ ਕੋਲਡ ਡਰਿੰਕਸ ਨਾ ਦਿਓ, ਕੋਕੋਨਟ ਵਾਟਰ ਦੇ ਦਿਓ, ਫਰੂਟ ਜੂਸ ਦੇ ਦਿਓ। ਲੱਸੀ ਕਿੰਨੀ ਤਰ੍ਹਾਂ ਦੀ ਆਉਂਦੀ ਹੈ, ਮਿੱਠੀ ਹੈ, ਨਮਕੀਨ ਹੈ, ਘਰ ਬਣਾ ਸਕਦੇ ਹਾਂ, ਫਿੱਕੀ ਬਣਾ ਸਕਦੇ ਹਾਂ, ਸਪਾਈਸੀ ਬਣਾ ਸਕਦੇ ਹਾਂ, ਜੀਰਾ ਪਾ ਕੇ ਬਣਾ ਸਕਦੇ ਹਾਂ, ਕਈ ਤਰੀਕਿਆਂ ਨਾਲ ਲੱਸੀ ਬਣ ਜਾਂਦੀ ਹੈ। ਇਸੇ ਤਰ੍ਹਾਂ ਲੈਮਨ ਸੋਡਾ ਕਦੇ ਕਦੇ ਪੀ ਸਕਦੀ ਹੈ, ਭਾਵੇਂ ਬਹੁਤ ਜ਼ਿਆਦਾ ਹੈਲਦੀ ਹੈ ਵੀ ਨਹੀਂ ਹੁੰਦਾ। ਨਿੰਬੂ ਪਾਣੀ ਪੀ ਲਵੋ, ਸੱਤੂ ਵੀ ਬੜਾ ਸਵਾਦ ਹੁੰਦਾ ਹੈ, ਜੇ ਬੱਚੇ ਲੈ ਸਕਦੇ ਨੇ ਤਾਂ ਉਹ ਵੀ ਇੱਕ ਵਾਰੀ ਉਹਨਾਂ ਨੂੰ ਦੇ ਕੇ ਦੇਖੋ। ਸ਼ਰਦਾਈ ਦੇ ਦਿਓ, ਸ਼ਰਬਤ ਘਰ ਬਣਾ ਕੇ ਦੇ ਦਿਓ, ਜਿਸ ਤਰ੍ਹਾਂ ਰੂਹ ਅਫਜ਼ਾ ਹੈ। ਇਹ ਮਤਲਬ ਅਸੀਂ ਆਲਟਰਨੇਟ ਕੋਲਡ ਡਰਿੰਕਸ ਦਾ ਕਰ ਸਕਦੇ ਹਾਂ। ਅਤੇ ਜਿਹੜੀ ਆਪਣਾ ਅਸੀਂ ਕਹਿੰਦੇ ਹਾਂ ਆਈਸਕ੍ਰੀਮ ਤੇ ਉਹ ਨਾ ਦਿਓ, ਉਹਦੇ ਬਦਲੇ ਵਿੱਚ ਕੀ ਦਿਓ, ਉਹਦੇ 'ਚ ਲੋ ਫੈਟ ਡਾਇਟ, ਜਿਵੇਂ ਦਹੀਂ ਹੈਗੀ ਹੈ, ਦਹੀਂ ਦੇ ਵਿੱਚ ਜਿਹਦੇ 'ਚ ਫੈਟ ਘੱਟ ਹੋਵੇ ਉਸ ਦੁੱਧ ਦੀ ਜਮਾ ਲਵੋ, ਅਤੇ ਉਹਦੇ ਵਿੱਚ ਤੁਸੀਂ ਫਰੂਟਸ ਪਾ ਕੇ ਉਸ ਨੂੰ ਮਤਲਬ ਬਣਾ ਲਵੋ, ਕੀ ਕਹਿੰਦੇ ਨੇ ਉਸ ਨੂੰ ਕਰਕੇ ਫੈਂਟ ਕੇ ਉਹਦੇ 'ਚ ਫਰੂਟ ਪਾ ਕੇ ਉਹਨੂੰ ਟੇਸਟੀ ਬਣਾ ਲਓ, ਉਹਦੇ ਵਿੱਚ ਕੋਈ ਫਲੇਵਰ ਪਾ ਦਿਓ। ਜਾਂ ਇਸ ਤਰ੍ਹਾਂ ਤੁਸੀਂ ਹੋਰ ਵੀ ਸੋਚ ਸਕਦੇ ਹੋ, ਫਰੂਟ ਦੇ ਸਕਦੇ ਹੋ, ਇਕੱਲਾ ਫਰੂਟ ਸੈਲਡ ਦਿਓ, ਜਾਂ ਜਿਸ ਤਰ੍ਹਾਂ ਵੀ ਕਿਸੇ ਵੀ ਫਾਰਮ ਦੇ ਵਿੱਚ ਫਰੂਟ ਦੇ ਸਕਦੇ ਹੋ। ਆਮਲੇ ਦਾ ਮੁਰੱਬਾ ਦੇ ਸਕਦੇ ਹੋ, ਆਮਲੇ ਦੇ ਕੈਂਡੀਜ਼ ਦੇ ਸਕਦੇ ਹੋ, ਕਿਉਂਕਿ ਮਿੱਠਾ ਖਾਣ 'ਤੇ ਵੀ ਜੀ ਕਰਦਾ ਰੋਟੀ ਤੋਂ ਪਿੱਛੋਂ। ਗੁੜ ਦਿਓ, ਜੇ ਬੱਚੇ ਨੂੰ ਗੁੜ ਪਸੰਦ ਹੈ, ਚਾਕਲੇਟ ਦੀ ਜਗ੍ਹਾ 'ਤੇ ਗੁੜ ਦਿਓ, ਉਹ ਦੇਸੀ ਚਾਕਲੇਟ ਹੀ ਹੈ। ਗੁੜ ਦਾ ਜਿਹੜਾ ਕੋਈ ਨੁਕਸਾਨ ਨਹੀਂ, ਅਤੇ ਚਾਕਲੇਟ ਦਾ ਬਹੁਤ ਨੁਕਸਾਨ ਹੈ। ਇਸ ਕਰਕੇ ਚਾਕਲੇਟ ਦੀ ਜਗ੍ਹਾ 'ਤੇ ਗੁੜ ਦੀ ਆਦਤ ਪਾਵੋ। ਤਾਂ ਇਹ ਜਿਹੜੇ ਥੋੜ੍ਹੇ ਜਿਹੇ ਨੁਕਤੇ ਨੇ ਕਿ ਜਿਹੜੀਆਂ ਅਸੀਂ ਗਲਤ ਡਾਇਟ ਨੂੰ ਠੀਕ ਡਾਇਟ ਵੱਲ ਕਿਸ ਤਰ੍ਹਾਂ ਕਨਵਰਟ ਕਰਨਾ, ਇਹ ਕੁਛ ਤਾਂ ਮੈਂ ਤੁਹਾਨੂੰ ਦੱਸ ਦਿੱਤਾ, ਕੁਛ ਤੁਸੀਂ ਆਪ ਵੀ ਸੋਚ ਸਕਦੇ ਹੋ। ਟੇਸਟੀ ਚੀਜ਼ਾਂ ਬਣਾ ਕੇ ਦਿਓ, ਡੋਸਾ ਹੁੰਦਾ ਖਾਣ 'ਤੇ ਮਨ ਹੈ, ਘਰ ਬਣਾ ਦਿਓ, ਇਡਲੀ ਘਰ ਬਣਾ ਦਿਓ, ਵੜੇ ਬਣਾ ਦਿਓ। ਇਹ ਚੀਜ਼ਾਂ ਹੈਲਦੀ ਨੇ, ਸਾਊਥ ਵਾਲੇ ਸਾਰੇ ਇਹਦੇ 'ਤੇ ਹੀ ਜਿੰਦੇ ਨੇ, ਇਹ ਚੀਜ਼ਾਂ ਲੈ ਸਕਦੇ ਹੋ ਤੁਸੀਂ। ਪਰ ਮਤਲਬ ਬਹੁਤ ਜੋ ਉਸ ਤਰ੍ਹਾਂ ਪੂੜੀਆਂ ਨੇ, ਜਾਂ ਜਿਸ ਤਰ੍ਹਾਂ ਭਟੂਰੇ ਨੇ, ਤਲੀਆਂ ਹੋਈਆਂ ਚੀਜ਼ਾਂ ਨੇ, ਇਹ ਤੁਸੀਂ 20% ਵਾਲੇ ਹਿੱਸੇ ਵਿੱਚ ਰੱਖ ਲਓ। ਮਤਲਬ ਹਫਤੇ 'ਚ ਇੱਕ ਵਾਰ ਬੇਸ਼ੱਕ ਦੇ ਦਿਓ, ਕੋਈ ਨੁਕਸਾਨ ਨਹੀਂ, ਸੰਡੇ ਦਾ ਸੰਡੇ ਦੇ ਦਿਓ, ਜਾਂ ਕੋਈ ਹੋਰ ਕਿਸੇ ਦਿਨ ਜਦੋਂ ਕਦੇ ਪਾਰਟੀ 'ਤੇ ਗਏ ਅਤੇ ਆ ਕੇ ਫਿਰ ਤੁਸੀਂ ਉਸ ਸੰਡੇ ਨੂੰ ਉਹ ਚੀਜ਼ ਨਾ ਦਿਓ। ਬੜੀ ਆਰਾਮ ਨਾਲ ਅਸੀਂ ਮੈਨੇਜ ਕਰ ਸਕਦੇ ਹਾਂ। ਤੀਸਰਾ ਜਿਹੜਾ ਪੁਆਇੰਟ ਹੈ ਕਿ ਇਸ ਉਮਰ ਦੇ ਵਿੱਚ
ਅੱਗੋਂ ਜਾ ਕੇ 10 ਸਾਲ ਦੀ ਉਮਰ ਦੇ ਵਿੱਚ ਤਾਂ ਬਹੁਤ ਥੋੜ੍ਹੀਆਂ ਬੱਚੀਆਂ ਨੂੰ, ਪਰ ਬਾਅਦ ਵਿੱਚ ਫਿਰ ਮਾਹਵਾਰੀ ਜਦੋਂ ਸ਼ੁਰੂ ਹੋ ਜਾਂਦੀ ਹੈ ਅਤੇ ਬਲੱਡ ਲਾਸ ਹੁੰਦਾ ਹੈ ਅਤੇ ਆਇਰਨ ਲਾਸ ਵੀ ਹੁੰਦਾ ਹੈ। ਇਸ ਲਈ ਬੱਚੀਆਂ ਨੂੰ ਆਇਰਨ ਰਿਚ ਡਾਇਟ ਦੇਣੀ ਚਾਹੀਦੀ ਹੈ। ਆਇਰਨ ਰਿਚ ਡਾਇਟ ਦੇ ਵਿੱਚ ਮੀਟ ਅੰਡੇ ਤੋਂ ਇਲਾਵਾ ਬੀਨਸ ਹੈ, ਲੀਫੀ ਵੈਜੀਟੇਬਲਸ ਦੇ ਸਕਦੇ ਹੋ, ਪਟੈਟੋ ਦੇ ਸਕਦੇ ਹੋ, ਬਨਾਨਾ ਦੇ ਸਕਦੇ ਹੋ, ਅਤੇ ਕਿਸ਼ਮਿਸ਼ ਵਗੈਰਾ ਹੋਰ ਤੁਸੀਂ ਖੁਦ ਦੇਖ ਲਵੋ, ਨੈੱਟ ਸਰਚ ਕਰ ਲਓ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਵਿੱਚ ਆਇਰਨ ਜ਼ਿਆਦਾ ਹੁੰਦਾ ਹੈ। ਅਤੇ ਇੱਕ ਜਿਹੜਾ ਪੁਆਇੰਟ ਮੈਂ ਸਟਰੈਸ ਕਰ ਰਹੀ ਹਾਂ ਤੁਹਾਡੇ ਨਾਲ ਕਿ ਲੋਹੇ ਦੇ ਭਾਂਡੇ ਦੇ ਵਿੱਚ ਉਸ ਦੀ ਸਬਜ਼ੀ ਜਾਂ ਦਾਲ ਨੂੰ ਗਰਮ ਕਰੋ, ਜਾਂ ਲੋਹੇ ਦੇ ਭਾਂਡੇ ਵਿੱਚ ਹੀ ਤੁਸੀਂ ਬਣਾ ਲਵੋ। ਇੱਕ ਲੋਹੇ ਦਾ ਗਿਲਾਸ ਜਾਂ ਲੋਹੇ ਦਾ ਕੋਈ ਹੋਰ ਬਰਤਨ ਐਸਾ ਲਿਆਓ ਜਿਹਦੇ ਵਿੱਚ ਪਾਣੀ ਪਾ ਕੇ ਸਵੇਰੇ ਰੱਖ ਦਿਓ ਅਤੇ ਸ਼ਾਮ ਨੂੰ ਉਹ ਪੀ ਲਵੇ। ਸ਼ਾਮ ਨੂੰ ਫਿਰ ਉਸ ਭਾਂਡੇ ਨੂੰ ਅੱਛੀ ਤਰ੍ਹਾਂ ਨਾਲ ਸਾਫ਼ ਕਰਕੇ ਫਿਰ ਉਹਦੇ 'ਚ ਪਾਣੀ ਪਾ ਕੇ ਢੱਕ ਕੇ ਰੱਖ ਦਿਓ, ਅਤੇ ਸਵੇਰੇ ਜਿਹੜਾ ਪਾਣੀ ਪੀਣਾ ਹੈ ਜਾਂ ਜਿਹਦੇ ਵਿੱਚ ਉਸਨੇ ਨਿੰਬੂ ਪਾਣੀ ਬਣਾਉਣਾ ਹੈ ਉਹ ਵਾਲਾ ਪਾਣੀ ਯੂਜ਼ ਕਰ ਲਏ। ਉਹਦੇ ਵਿੱਚ ਨੈਚੁਰਲ ਫਾਰਮ ਦੇ ਵਿੱਚ ਜੋ ਆਇਰਨ ਹੈ ਸਾਡੀ ਬਾਡੀ ਵਿੱਚ ਜਾਂਦੀ ਹੈ। ਅਤੇ ਲੋਹੇ ਨੂੰ ਐਬਜ਼ੋਰਬ ਕਰਨ ਵਾਸਤੇ, ਜਜ਼ਬ ਕਰਨ ਵਾਸਤੇ ਇੰਟਸਟਾਈਨਸ ਵਿੱਚ ਵਿਟਾਮਿਨ ਸੀ ਦਾ ਹੋਣਾ ਵੀ ਜ਼ਰੂਰੀ ਹੈ। ਗੋਲੀਆਂ ਤਾਂ ਅਸੀਂ ਬੜੇ ਆਰਾਮ ਨਾਲ ਲੈ ਲੈਂਦੇ ਹਾਂ, ਪਰ ਡਾਇਟ ਵਿੱਚੋਂ ਵੀ ਸਾਨੂੰ ਵਿਟਾਮਿਨ ਸੀ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿਟਰਸ ਫਰੂਟਸ ਦੇ ਵਿੱਚ ਵਿਟਾਮਿਨ ਸੀ ਪਲੈਂਟੀ ਵਿੱਚ ਹੁੰਦਾ, ਆਮਲੇ ਵਿੱਚ ਬਹੁਤ ਹੁੰਦਾ। ਆਮਲੇ 'ਚ ਤਾਂ ਆਇਰਨ ਵੀ ਹੈ, ਵਿਟਾਮਿਨ ਸੀ ਵੀ ਹੈ। ਇਸ ਕਰਕੇ ਆਮਲੇ ਦਾ ਜਿਹੜਾ ਵਰਤੋਂ ਹੈਗੀ, ਆਮਲੇ ਦੀ ਵਰਤੋਂ ਨੂੰ ਤੁਸੀਂ ਬਹੁਤ ਫਰੀਕੁਐਂਟਲੀ ਬੱਚਿਆਂ ਨੂੰ ਖਵਾਓ, ਉਹਨਾਂ ਨੂੰ ਆਦਤ ਪਾਓ। ਸਿਟਰਸ ਫਰੂਟਸ ਦਿਓ। ਫਿਰ ਹਾਈ ਕੈਲਸ਼ੀਅਮ ਦੀ ਲੋੜ ਹੈ, ਕਿਉਂਕਿ ਹਾਈਟ ਗੇਨ ਕਰਨੀ ਹੈ ਅਤੇ ਕੈਲਸ਼ੀਅਮ, ਵਿਟਾਮਿਨ ਡੀ ਸਭ ਕੁਝ ਚਾਹੀਦਾ। ਕੈਲਸ਼ੀਅਮ ਜੋ ਹੈਗਾ ਸਾਨੂੰ ਦੁੱਧ ਤੋਂ ਮਿਲ ਸਕਦਾ ਹੈ, ਦਹੀਂ ਤੋਂ ਮਿਲ ਸਕਦਾ ਹੈ, ਪਨੀਰ ਤੋਂ ਮਿਲਦਾ ਹੈ, ਐਲਮੰਡਸ ਤੋਂ ਮਿਲਦਾ ਹੈ, ਸ਼ਲਗਮ ਤੋਂ ਮਿਲਦਾ ਹੈ, ਮੇਥੀ ਤੋਂ ਮਿਲਦਾ ਹੈ, ਹੋਰ ਕਈ ਸਬਜ਼ੀਆਂ ਨੇ ਜਿਨ੍ਹਾਂ ਤੋਂ ਸਾਨੂੰ ਕੈਲਸ਼ੀਅਮ ਜ਼ਿਆਦਾ ਮਾਤਰਾ ਵਿੱਚ ਮਿਲਦਾ ਹੈ। ਇਹਨਾਂ ਚੀਜ਼ਾਂ ਦਾ ਜਿਹੜਾ ਇਸਤੇਮਾਲ ਹੈ ਡੇ ਟੂ ਡੇ ਡਾਇਟ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ। ਤਾਂ ਹੁਣ ਗੱਲ ਇਹ ਹੈ ਕਿ ਆਪਾਂ ਹੁਣ ਤੁਹਾਨੂੰ ਇਹ ਨੁਕਤੇ ਦੱਸ ਦਿੱਤੇ ਨੇ, ਅਤੇ ਜਿਹੜੀ ਡਾਇਟ ਪਲਾਨ ਤੁਸੀਂ ਬਣਾਉਣੀ ਹੈਗੀ ਹੈ ਉਹ ਤੁਸੀਂ ਇੱਕ ਬੈਲੈਂਸਡ ਡਾਇਟ ਦਾ ਆਪਣਾ ਨੌਲੇਜ ਲਵੋ, ਉਹਦੇ ਹਿਸਾਬ ਨਾਲ ਡਾਇਟ ਪਲਾਨ ਬਣਾਓ। ਮੈਂ ਪਹਿਲਾਂ ਬੈਲੈਂਸ ਡਾਇਟ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਚੁੱਕੀ ਹਾਂ, ਅਤੇ ਤੁਸੀਂ ਉਹ ਮੇਰੇ ਪਿਛਲੇ ਐਪੀਸੋਡਸ ਵਿੱਚ ਸਰਚ ਕਰਕੇ ਉਹ ਸੁਣ ਸਕਦੇ ਹੋ। ਅਤੇ ਬੈਲੈਂਸ ਡਾਇਟ ਦੇ ਹਿਸਾਬ ਦੇ ਨਾਲ ਤੁਸੀਂ ਉਹਦਾ ਮੀਨੂ ਬਣਾਓ। ਉਹਦੇ 'ਚ ਮੈਂ ਸਾਰਾ ਕੁਝ ਤੁਹਾਨੂੰ ਦੱਸਿਆ ਹੈ ਕਿ ਸਵੇਰ ਵੇਲੇ ਕੀ ਦੇਣਾ ਹੈ, ਸ਼ਾਮ ਨੂੰ ਕੀ ਦੇਣਾ ਹੈ। ਮੈਂ ਤੁਹਾਨੂੰ ਸ਼ਾਰਟ ਵਿੱਚ ਦੱਸ ਦਿੰਦੀ ਹਾਂ ਕਿ 3 ਮੀਲਸ ਅਤੇ 3 ਸਨੈਕਸ ਦਿੱਤੇ ਜਾਣ। 3 ਮੀਲਸ ਜਿਹੜੇ ਹੈਗੇ ਨੇ ਉਹ ਬ੍ਰੈਕਫਾਸਟ ਹੈ, ਲੰਚ ਹੈ ਅਤੇ ਡਿਨਰ ਹੈ, ਅਤੇ 3 ਸਨੈਕਸ ਹੈ ਇਨ ਬਿਟਵੀਨ। ਮੇਨ ਜਿਹੜੇ ਨੇ 3 ਮੀਲਸ 'ਤੇ ਅਸੀਂ ਆਪਣੀ ਨਿਗਰਾਨੀ ਥੱਲੇ ਦੇ ਦਿੰਦੇ ਹਾਂ। ਜਿਹੜੇ 3 ਸਨੈਕਸ ਹੈਗੇ ਨੇ ਨਾ, ਉਹ ਕਈ ਵਾਰੀ ਬੱਚੇ ਜਿਹੜੇ ਨੇ ਉਹ ਗਲਤ ਲੈ ਲੈਂਦੇ ਨੇ, ਅਤੇ ਉਹ ਤੁਸੀਂ ਘਰ ਵਿੱਚ ਬਣਾ ਕੇ ਜਾਓ। ਜਿਸ ਤਰ੍ਹਾਂ ਜਾਣਾ ਡਿਊਟੀ ਉੱਤੇ, ਤੁਸੀਂ ਸੈਂਡਵਿਚ ਬਣਾ ਜਾਓ, ਪਨੀਰ ਦਾ ਬਣਾ ਜਾਓ, ਸਬਜ਼ੀਆਂ ਦਾ ਬਣਾ ਜਾਓ, ਰੱਖ ਜਾਓ ਬਣਾ ਕੇ, ਉਹ ਖਾ ਲੈਣ। ਜਾਂ ਫਿਰ ਹੋਰ ਇਸ ਤਰ੍ਹਾਂ ਮਤਲਬ ਜਿਹੜੀਆਂ ਵੀ ਹੈਲਦੀ ਚੀਜ਼ਾਂ ਹੈਗੀਆਂ ਨੇ ਤੁਸੀਂ ਦੇਖ ਲਓ ਆਪ, ਜਿਹੜੀ ਵੀ ਬਣਾ ਕੇ ਜਾ ਸਕਦੇ ਹੋ। ਉਪਮਾ ਬਣਾ ਕੇ ਜਾ ਸਕਦੇ ਹੋ, ਜਾਂ ਵੀਟ ਨੂਡਲਸ ਕਦੇ ਕਦੇ ਬਣਾ ਕੇ ਦੇ ਸਕਦੇ ਹੋ। ਤਾਂ ਹੁਣ ਇਸ ਤਰ੍ਹਾਂ ਹੀ ਕਿ ਆਪਾਂ ਨੇ ਜੇ ਦੇਖਣਾ ਹੈ ਕਿ ਅਸੀਂ ਕੀ ਕੀ ਬੱਚੇ ਨੂੰ ਦੇਣਾ ਹੈ, ਤਾਂ ਉਸ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਬੱਚੀ ਦਾ ਭਾਰ ਕਿੰਨਾ ਹੈ। ਜੇ ਬੱਚੀ ਦਾ ਭਾਰ ਬਹੁਤ ਘੱਟ ਹੈ ਤਾਂ ਉਸ ਨੂੰ ਹਾਈ ਕੈਲੋਰੀ ਸਨੈਕਸ ਬਣਾ ਕੇ ਦਿਓ, ਅਤੇ ਜੇ ਬੱਚੀ ਦਾ ਭਾਰ ਜ਼ਿਆਦਾ ਹੈ ਤਾਂ ਉਸਨੂੰ ਲੋ ਕੈਲੋਰੀ ਡਾਇਟ ਦੇਣੀ ਹੈ। ਅਤੇ ਜੇ ਬੱਚੀ ਦਾ ਭਾਰ ਘੱਟ ਹੈ ਤਾਂ ਹਾਈ ਕੈਲੋਰੀ ਡਾਇਟ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਨਜ਼ਰ ਮਾਰ ਲਵੋ ਕਿ ਕਿਹੜੀ ਚੀਜ਼ ਦੇ ਵਿੱਚ ਕੈਲੋਰੀਜ਼ ਜ਼ਿਆਦਾ ਨੇ, ਸਭ ਤੋਂ ਪਹਿਲਾਂ ਉਹ ਚੀਜ਼ ਖਾਵੇ। ਕਿਉਂਕਿ ਕਈ ਵਾਰੀ ਪੇਟ ਭਰ ਜਾਂਦਾ, ਫਿਰ ਬੱਚੀ ਖਾਣਾ ਛੱਡ ਦਿੰਦੀ ਹੈ। ਅਤੇ ਹਾਈ ਕੈਲੋਰੀ ਡਾਇਟ ਜਿਹੜੀ ਉਸਨੂੰ ਸਭ ਤੋਂ ਪਹਿਲਾਂ ਦਿਓ। ਫੁੱਲ ਕਰੀਮ ਮਿਲਕ ਦਿਓ, ਫੁੱਲ ਕਰੀਮ ਮਿਲਕ ਦੀ ਬਣੀ ਹੋਈ ਦਹੀਂ ਦੇ ਦਿਓ, ਜਾਂ ਹੋਰ ਤੁਸੀਂ ਜਿਸ ਤਰ੍ਹਾਂ ਭੋਜਨ ਕੋਈ ਬਣਾਉਂਦੇ ਹੋ ਉਹਦੇ 'ਚ ਥੋੜ੍ਹੀ ਜਿਹੀ ਫੈਟ ਉੱਤੋਂ ਐਕਸਟਰਾ ਪਾ ਲਵੋ ਜੇ ਉਹਦਾ ਭਾਰ ਘੱਟ ਹੈ ਤਾਂ। ਅਤੇ ਜੇ ਉਹਦਾ ਭਾਰ ਜ਼ਿਆਦਾ ਹੈ ਫਿਰ ਉਸ ਨੂੰ ਤੁਸੀਂ ਲੋ ਫੈਟ ਡਾਇਟ ਦੇਣੀ ਹੈ। ਆਮ ਜੋ ਸਮੱਸਿਆਵਾਂ ਆਉਂਦੀਆਂ ਨੇ ਉਹ ਆਉਂਦੀ ਹੈ ਮੋਟਾਪੇ ਦੀ, ਜ਼ਿਆਦਾ ਭਾਰ ਦੀ। ਘੱਟ ਭਾਰ ਵਾਲੇ ਅੱਜ ਕੱਲ੍ਹ ਘੱਟ ਨੇ, ਕਿਉਂਕਿ ਖਾਣ ਵਾਸਤੇ ਪਲੈਂਟੀ ਹੈ ਅਤੇ ਲਾਈਫ ਸਾਡੀ ਸਿਡੈਂਟਰੀ ਹੈ। ਪੇਰੈਂਟਸ ਕੋਲ ਕੋਈ ਟਾਈਮ ਨਹੀਂ, ਰੈਡੀਮੇਡ ਫੂਡ ਖਵਾਉਂਦੇ ਨੇ, ਇਸ ਕਰਕੇ ਬੱਚੀ ਮੋਟੀ ਹੁੰਦੀ ਜਾਂਦੀ ਹੈ ਅਤੇ ਮੋਟਾਪੇ ਦੀ ਸਮੱਸਿਆ ਜਿਹੜੀ ਉਹ ਬਹੁਤ ਵੱਧ ਰਹੀ ਹੈ। ਜਦੋਂ ਅਸੀਂ ਬੱਚੇ ਨੂੰ ਕਹਿੰਦੇ ਹਾਂ ਕਿ ਵੀ ਤੁਸੀਂ ਹੁਣ ਮੋਟੇ ਹੋ ਗਏ ਹੋ, ਹੁਣ ਤੁਹਾਨੂੰ ਆਪਣਾ ਘੱਟ ਕਰਨਾ ਪੈਣਾ, ਤਾਂ ਉਹਨਾਂ ਦੀਆਂ ਆਦਤਾਂ ਪੱਕੀਆਂ ਹੁੰਦੀਆਂ ਹਨ ਅਤੇ ਬਹੁਤ ਮੁਸ਼ਕਿਲ ਹੋ ਜਾਂਦਾ ਚੇਂਜ ਕਰਨਾ। ਤਾਂ ਪਰ ਫਿਰ ਵੀ ਆਪਾਂ ਬੱਚੀ ਨੂੰ ਫਿਰ ਮੋਟੀਵੇਟ ਕਰਨਾ ਹੈ ਅਤੇ ਉਹਨੂੰ ਇੱਕ ਗੱਲ ਸਮਝਾਉਣੀ ਹੈ ਜੋ ਬਹੁਤ ਜ਼ਰੂਰੀ ਹੈ ਕਿ ਮੋਟਾਪਾ ਇੱਕ ਦਿਨ ਵਿੱਚ ਨਹੀਂ ਆਇਆ, ਕਈ ਸਾਲਾਂ ਦੀਆਂ ਗਲਤ ਖਾਣ ਦੀਆਂ ਆਦਤਾਂ ਨਾਲ ਆਇਆ ਹੈ।
ਤੇ ਇਸ ਲਈ ਤੁਹਾਨੂੰ ਸਲੋ ਘਟਾਉਣਾ ਪਏਗਾ। ਕਈ ਮਹੀਨੇ ਲੱਗਣਗੇ। ਜੇ ਕਈ ਸਾਲਾਂ ਦਾ ਮੋਟਾਪਾ ਹੈ ਤਾਂ ਇਸ ਨੂੰ ਕਈ ਮਹੀਨੇ ਤਾਂ ਲੱਗਣਗੇ ਹੀ। ਇਹ ਨਾ ਸੋਚੇ ਕਿ ਉਹਨੇ 10 ਦਿਨ ਵਾਸਤੇ ਪਰਹੇਜ਼ ਕੀਤਾ ਤੇ ਵੇਟ ਨਹੀਂ ਘਟਿਆ ਤੇ ਉਹ ਡਿਸਕਰੇਜ ਹੋ ਜਾਏ। ਲਗਾਤਾਰ ਜੋ ਡੇ ਟੂ ਡੇ ਰੂਟੀਨ ਡਾਈਟ ਹੈ ਉਹ ਉਸ ਦੀ ਐਸੀ ਬਣਾਓ ਜਿਹੜੀ ਲੋ ਕੈਲਰੀ ਹੋਣ ਦੇ ਨਾਲ ਨਾਲ ਬੈਲੈਂਸ ਡਾਈਟ ਵੀ ਹੋਵੇ, ਤੇ ਇਸ ਨੂੰ ਪਰਸਿਸਟ ਕਰੋ। ਸਾਲਾਂ ਬੱਧੀ ਇਹੀ ਖੁਰਾਕ ਖਾਣੀ ਪੈਂਦੀ ਹੈ ਤਾਂ ਹੀ ਉਹਦਾ ਵੇਟ ਘਟ ਸਕਦਾ ਹੈ, ਨਹੀਂ ਤਾਂ ਨਹੀਂ ਘਟਦਾ। ਹੌਲੀ ਹੌਲੀ ਘਟੇ ਉਹ ਬੈਟਰ ਰਹਿੰਦਾ। ਇੱਕਦਮ ਜਦੋਂ ਘਟਦਾ ਹੈ, ਇੱਕ ਤਾਂ ਸਿਹਤ ਉੱਤੇ ਅਸਰ ਪੈਂਦਾ ਹੈ, ਦੂਜਾ ਇਹ ਹੁੰਦਾ ਹੈ ਕਿ ਇੱਕਦਮ ਖਾਣਾ ਜਦੋਂ ਬੰਦ ਕਰਦਾ ਬੰਦਾ, ਫਿਰ ਉਸ ਨੂੰ ਕ੍ਰੇਵਿੰਗ ਹੁੰਦੀ ਹੈ, ਫਿਰ ਜੋ ਚੀਜ਼ ਉਹਦੇ ਸਾਹਮਣੇ ਆਉਂਦੀ ਹੈ ਉਹ ਫਿਰ ਹੜੱਪ ਜਾਂਦੀ ਹੈ ਅਤੇ ਉਹਨੂੰ ਫਿਰ ਉਸੇ ਤਰ੍ਹਾਂ ਹੀ ਮੋਟੀ ਹੋ ਜਾਂਦੀ ਹੈ ਅਤੇ ਉਹਦਾ ਕੋਈ ਅਲਟੀਮੇਟਲੀ ਉਸਦਾ ਕੋਈ ਫਾਇਦਾ ਨਹੀਂ ਹੁੰਦਾ। ਟੈਂਪਰੇਰੀ ਅਸੀਂ ਖੁਸ਼ ਹੋ ਜਾਂਦੇ ਹਾਂ ਕਿ ਬੱਚੇ ਨੇ 10 ਕਿਲੋ ਭਾਰ ਘਟਾ ਲਿਆ 2 ਮਹੀਨਿਆਂ ਵਿੱਚ। ਉਹ ਕੋਈ ਸਾਨੂੰ ਟਾਰਗੇਟ 10 ਕਿਲੋ ਦਾ ਰੱਖਣ ਦੀ ਲੋੜ ਨਹੀਂ। 1 to 2 kg ਪਰ ਮੰਥ ਜੇ ਉਹ ਘਟਾਉਂਦੀ ਹੈ ਤਾਂ ਸਾਲ ਦੇ ਵਿੱਚ 10 ਤੋਂ 12 ਕਿਲੋ ਭਾਰ ਘਟ ਜਾਂਦਾ ਹੈ। 10 ਤੋਂ 12 ਕਿਲੋ ਭਾਰ ਘਟਦਾ ਹੈ ਜਿਸ ਵੇਲੇ ਉਸ ਵੇਲੇ ਬਾਡੀ ਦੀ ਮੈਟਾਬੋਲਿਜ਼ਮ ਜੋ ਫਾਸਟ ਹੋ ਜਾਂਦੀ ਹੈ, BMR ਵੱਧ ਜਾਂਦਾ ਹੈ ਅਤੇ ਫਿਰ ਅੱਗੋਂ ਵੇਟ ਆਪੇ ਹੀ ਘਟਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਬੱਚੀ ਬੜੀ ਕੌਨਸ਼ੀਅਸ ਹੋ ਜਾਂਦੀ ਹੈ ਕਿ ਮੋਟਾਪਾ ਇੰਨਾ ਜ਼ਿਆਦਾ, ਸਾਡੇ ਕੋਲ ਪੇਸ਼ੈਂਟ ਆਉਂਦੇ ਨੇ 100 ਕਿਲੋ ਤੋਂ ਵੀ ਉੱਤੇ ਕੁੜੀਆਂ ਹੁੰਦੀਆਂ ਨੇ, 104, 105, 70, 80 ਤਾਂ ਆਮ ਹੀ ਦੇਖਣ 'ਚ ਆਉਂਦਾ। 8ਵੀਂ 9ਵੀਂ ਦੀਆਂ ਕੁੜੀਆਂ ਹੋਣਗੀਆਂ 70, 80 ਕਿਲੋ ਭਾਰ ਹੋਏਗਾ। ਸਾਡੇ ਜ਼ਮਾਨੇ ਦੇ ਵਿੱਚ 70, 80 ਹੁਣ ਜਾ ਕੇ ਹੁੰਦਾ ਅਤੇ ਉਹ ਬੁਢਾਪੇ ਵਿੱਚ ਆ ਕੇ ਜਦੋਂ ਮਿਡਲ ਏਜ ਆ ਜਾਂਦੀ ਹੈ ਅਤੇ ਉਦੋਂ ਉਹ ਕੁੜੀਆਂ ਦਾ ਹੁਣ ਅੱਜ ਕੱਲ੍ਹ ਹੀ 70, 80 ਤਾਂ ਆਮ ਹੀ ਦੇਖਣ 'ਚ ਆਉਂਦਾ ਹੈਗਾ। ਅਤੇ ਫਿਰ ਜਦੋਂ ਉਹਨਾਂ ਦਾ ਇੱਕਦਮ ਇੰਨਾ ਭਾਰ ਵੱਧਦਾ ਹੈ ਤਾਂ ਉਹ ਜਦੋਂ ਉਹ ਕੌਨਸ਼ੀਅਸ ਹੁੰਦੀਆਂ ਨੇ ਅਤੇ ਫਿਰ ਅਨਨੈਚੁਰਲ ਡਾਇਟ ਪਲਾਨ ਵੱਲ ਜਾਂਦੀਆਂ ਨੇ, ਓਵਰ ਕੌਨਸ਼ੀਅਸ ਹੋ ਜਾਂਦੀਆਂ ਨੇ। ਉਹ ਸੋਚਦੀਆਂ ਨੇ ਅਸੀਂ ਇੱਕਦਮ ਜ਼ੀਰੋ ਸਾਈਜ਼ ਹੋ ਜਾਈਏ ਅਤੇ ਖਾਣਾ ਪੀਣਾ ਬਿਲਕੁਲ ਬੰਦ ਕਰ ਦਿੰਦੀਆਂ ਨੇ, ਬਹੁਤ ਹੀ ਲਿਮਟਿਡ ਖਾਂਦੀਆਂ ਨੇ। ਇਹ ਵੀ ਬਹੁਤ ਗਲਤ ਹੈ। ਇਸ ਦੇ ਨਾਲ ਕਈ ਵਾਰੀ ਇੱਕ ਬਿਮਾਰੀ ਵੀ ਲੱਗ ਸਕਦੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਐਨੋਰੈਕਸੀਆ ਨਰਵੋਜ਼ਾ। ਇਹਦੇ ਵਿੱਚ ਕੀ ਹੁੰਦਾ, ਬੱਚੀ ਨੂੰ ਫਿਰ ਫੈਟ ਫੋਬੀਆ ਹੋ ਜਾਂਦਾ। ਫੈਟ ਨੂੰ ਦੇਖਦੇ ਨਾ 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 ਇਹ ਤਾਂ ਨਹੀਂ ਮੈਂ ਖਾਣੀ। ਫਿਰ ਉਹਨੂੰ ਫੈਟ ਸੋਲਿਊਬਲ ਵਿਟਾਮਿਨਸ ਦੀ ਕਮੀ ਹੋ ਜਾਂਦੀ ਹੈ। ਥੋੜ੍ਹੀ ਬਹੁਤੀ ਫੈਟ ਵੀ ਚਾਹੀਦੀ ਹੁੰਦੀ ਹੈ ਬਾਡੀ ਨੂੰ। ਨੀਂਦ ਆਉਣੀ ਉਸ ਨੂੰ ਬੰਦ ਹੋ ਜਾਂਦੀ ਹੈ ਕਿਉਂਕਿ ਖਾਂਦੀ ਨਹੀਂ ਬਿਲਕੁਲ। ਇਰੀਟੇਬਿਲਿਟੀ ਹੋ ਜਾਂਦੀ ਹੈ ਅਤੇ ਫਿਰ ਜਦੋਂ ਡੈਫੀਸ਼ੈਂਸੀਜ਼ ਹੁੰਦੀਆਂ ਨੇ ਫਿਰ ਦਿਲ ਧੱਕ ਧੱਕ ਕਰਦਾ, ਪੈਲਪੀਟੇਸ਼ਨ ਹੁੰਦੀ ਹੈ, ਟੈਂਪਰੇਚਰ ਲੋ ਰਹਿਣਾ ਸ਼ੁਰੂ ਹੋ ਜਾਂਦਾ, BP ਵੀ ਲੋ ਹੋਣਾ ਸ਼ੁਰੂ ਹੋ ਜਾਂਦਾ ਅਤੇ ਫਿਰ ਹੇਅਰ ਫਾਲ ਸ਼ੁਰੂ ਹੋ ਜਾਂਦੀ ਹੈ ਅਤੇ ਉਹਦੀ ਲੁੱਕ ਪੇਲ ਹੋ ਜਾਂਦੀ ਹੈ। ਅਤੇ ਜਦੋਂ ਆ ਸ਼ੀਸ਼ੇ ਅੱਗੇ ਖੜ੍ਹੀ ਹੁੰਦੀ ਹੈ ਅਤੇ ਉਹ ਦੇਖਦੀ ਹੈ ਆਪਣੇ ਆਪ ਨੂੰ ਅਤੇ ਉਹ ਕਹਿੰਦੀ ਹੈ ਕੀ ਲਿਆ ਮੈਂ ਪਤਲੇ ਹੋ ਕੇ, ਅਤੇ ਉਹਨੂੰ ਮਾਨਸਿਕ ਅਸੰਤੁਲਨ ਹੋ ਜਾਂਦਾ ਹੈ ਅਤੇ ਕਈ ਵਾਰੀ ਉਹ ਡਿਪਰੈਸ਼ਨ ਵਿੱਚ ਵੀ ਚਲੀ ਜਾਂਦੀ ਹੈ। ਦੂਜਾ ਤਰੀਕਾ ਜਿਹੜੀਆਂ ਕੁੜੀਆਂ ਕਈ ਅਪਣਾ ਲੈਂਦੀਆਂ ਨੇ ਕਿ ਇੱਕਦਮ ਬਹੁਤ ਸਾਰਾ ਖਾਣਾ ਖਾਂਦੀਆਂ ਨੇ, ਫਿਰ ਜਾ ਕੇ ਉਹ ਵੋਮਿਟ ਕਰ ਦਿੰਦੀਆਂ ਨੇ ਅਤੇ ਉਹਦੇ 'ਚ ਕੀ ਹੁੰਦਾ ਹੈ ਕਿ ਜੋ ਉਹਨਾਂ ਨੇ ਖਾਧਾ ਉਹ ਕੱਢ ਦਿੱਤਾ। ਵੋਮਟਿੰਗ ਲੱਗਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ, ਫਿਰ ਉਹਦੇ ਨਾਲ ਡੀਹਾਈਡਰੇਸ਼ਨ ਹੋ ਜਾਂਦੀ ਹੈ, ਪੇਟ ਵਿੱਚ ਕਰੈਂਪਸ ਉੱਠਣੇ ਸ਼ੁਰੂ ਹੋ ਜਾਂਦੇ ਨੇ ਅਤੇ ਅਲਟੀਮੇਟਲੀ ਡੈਫੀਸ਼ੈਂਸੀ ਤਾਂ ਹੋਣੀ ਹੈ ਕਿਉਂਕਿ ਜੇ ਜੋੜਾ ਖਾਧਾ ਉਹ ਕੱਢ ਦਿੱਤਾ। ਆਪਣੀ ਟੇਸਟ ਤਾਂ ਪੂਰਾ ਕਰ ਲਿਆ, ਸਟਾਈਟੀ ਤਾਂ ਹੋ ਗਈ, ਪਰ ਬਾਅਦ ਵਿੱਚ ਕੱਢ ਦਿੱਤਾ ਅਤੇ ਬਾਡੀ ਦੇ ਵਿੱਚ ਡੈਫੀਸ਼ੈਂਸੀਜ਼ ਤਾਂ ਹੋਣੀਆਂ ਹੀ ਨੇ, ਨਿਊਟ੍ਰੀਸ਼ਨਲ ਡੈਫੀਸ਼ੈਂਸੀਜ਼ ਹੁੰਦੀਆਂ ਹੀ ਨੇ ਅਤੇ ਲੁੱਕ ਉੱਤੇ ਵੀ ਫਰਕ ਪੈਂਦਾ ਹੀ ਹੈ ਅਤੇ ਸਾਈਕੋਲੋਜੀਕਲ ਜਿਹੜੀਆਂ ਚੇਂਜਿਸ ਨੇ ਬੱਚੇ ਦੇ ਵਿੱਚ ਆ ਜਾਂਦੀਆਂ ਨੇ। ਇਸ ਕਰਕੇ ਤੁਸੀਂ ਬੱਚੀ ਨੂੰ ਮਤਲਬ ਸਮਝਾਉਣਾ ਹੈ ਕਿ ਆਪਣਾ ਸਲੋ ਐਂਡ ਸਟੈਡੀ ਵਿਨਸ ਦਾ ਰੇਸ, ਇਹ ਇੱਕ ਅਸੂਲ ਰੱਖਣਾ ਚਾਹੀਦਾ ਹੈ। ਅਤੇ ਕਈ ਬੱਚਿਆਂ ਨੂੰ ਮਤਲਬ ਇਸ ਤਰ੍ਹਾਂ ਹੀ ਜਦੋਂ ਮੋਟਾਪਾ ਆ ਜਾਂਦਾ ਉਹ ਖਾਣਾ ਅਵੋਇਡ ਨਹੀਂ ਕਰ ਸਕਦੀਆਂ, ਉਹਨਾਂ ਨੂੰ ਬੜਾ ਹੀ ਸ਼ੌਕ ਹੁੰਦਾ, ਪਰ ਅਸੀਂ ਉਹਨਾਂ ਨੂੰ ਟੋਕਦੇ ਰਹਿੰਦੇ ਹਾਂ। ਅਸੀਂ ਉਹਨਾਂ ਨੂੰ ਕਈ ਵਾਰੀ ਟੌਂਟ ਹੀ ਮਾਰਦੇ ਰਹਿੰਦੇ ਹਾਂ, ਤੂੰ ਤਾਂ ਬੜੀ ਮੋਟੀ ਹੈ, ਦੇਖ ਕਿੰਨੀ ਭੈੜੀ ਲੱਗਦੀ ਪਈ ਹੈ। ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਅਸੀਂ ਕਰਦੇ ਹਾਂ ਅਤੇ ਅਸੀਂ ਡਾਂਟਦੇ ਵੀ ਹਾਂ, ਇਹ ਨਾ ਖਾ ਹੁਣ ਤੂੰ। ਜਦੋਂ ਕੋਈ ਚੀਜ਼ ਚੁੱਕਣ ਲੱਗਦੀ ਹੈ, ਨਹੀਂ ਇਹ ਨਹੀਂ ਖਾਣੀ ਤੂੰ ਮੋਟੀ ਹੋ ਜਾਏਗੀ, ਬਾਕੀ ਸਾਰੇ ਖਾਂਦੇ ਪਏ ਨੇ ਅਤੇ ਉਹਦਾ ਵੀ ਮਨ ਕਰਦਾ ਖਾਣ 'ਤੇ, ਅਸੀਂ ਉਹਨੂੰ ਡਾਂਟਣ ਲੱਗ ਜਾਂਦੇ ਹਾਂ। ਜਦੋਂ ਅਸੀਂ ਆਪਣਾ ਬਿਹੇਵੀਅਰ ਰੱਖਦੇ ਹਾਂ, ਇਹ ਨਾ ਕਰ, ਉਹ ਨਾ ਕਰ, ਉਹ ਨਾ ਕਰ, ਅਤੇ ਬੱਚੀ ਜਿਹੜੀ ਹੈ ਉਹ ਬੜੀ ਇਰੀਟੇਟ ਹੁੰਦੀ ਹੈ। ਖਾਣ 'ਤੇ ਤਾਂ ਉਹਦਾ ਮਨ ਕਰਦਾ ਹੀ ਹੈ, ਕ੍ਰੇਵਿੰਗ ਉਹਨੂੰ ਹੁੰਦੀ ਹੈ ਕਿਉਂਕਿ ਉਹਨੂੰ ਆਦਤ ਹੈ। ਅਤੇ ਉਹ ਫਿਰ ਕੀ ਕਰਦੀ ਹੈ, ਜਿਸ ਵੇਲੇ ਇਕੱਲੀ ਹੁੰਦੀ ਹੈ ਤਾਂ ਫਟਾਫਟ ਖਾ ਜਾਂਦੀ ਹੈ ਕਿ ਮੈਨੂੰ ਕੋਈ ਦੇਖ ਨਾ ਲਵੇ। ਜਦੋਂ ਉਹ ਖਾ ਲੈਂਦੀ ਹੈ ਫਿਰ ਉਸਨੂੰ ਇਹ ਵੀ ਲੱਗਦਾ ਕਿ ਵੀ ਮੈਂ ਤਾਂ ਪਹਿਲਾਂ ਹੀ ਇੰਨੀ ਮੋਟੀ ਸੀ ਅਤੇ ਮੈਂ ਖਾ ਲਿਆ, ਅਤੇ ਉਹ ਫਿਰ ਬਾਅਦ ਵਿੱਚ ਆਪਣੇ ਆਪ ਨੂੰ ਕੋਸਣ ਲੱਗ ਜਾਂਦੀ ਹੈ ਕਿ ਮੈਂ ਐਸਾ ਕਿਉਂ ਕੀਤਾ, ਅਤੇ ਉਹਦਾ ਮਾਨਸਿਕ ਸੰਤੁਲਨ ਜਿਹੜਾ ਵਿਗੜ ਜਾਂਦਾ। ਇਸ ਕਰਕੇ ਸਾਨੂੰ ਇਹੋ ਜਿਹੇ ਬੱਚਿਆਂ ਦੇ ਨਾਲ ਪਿਆਰ ਦੇ ਨਾਲ ਪੇਸ਼ ਆਉਣਾ ਚਾਹੀਦਾ ਹੈ, ਉਹਨਾਂ ਨੂੰ ਵਿਸ਼ਵਾਸ ਵਿੱਚ ਲੈਣਾ ਚਾਹੀਦਾ ਹੈ, ਉਹਨਾਂ ਨੂੰ ਟੋਕਣਾ ਨਹੀਂ ਚਾਹੀਦਾ। ਅਵੇਅਰਨੈਸ ਦਿਓ, ਕੋਈ ਨਹੀਂ ਅੱਜ ਨਹੀਂ ਕੱਲ੍ਹ, ਦੂਜੇ ਦਿਨ, ਤੀਜੇ ਦਿਨ ਉਹਨੂੰ ਹੌਲੀ ਹੌਲੀ ਆਦਤ ਵੀ ਪੈ ਜਾਏਗੀ ਅਤੇ ਸਮਝ ਵੀ ਆ ਜਾਏਗੀ ਕਿ ਮੇਰੇ ਵਾਸਤੇ ਕੀ ਠੀਕ ਹੈ ਅਤੇ ਕੀ ਗਲਤ ਹੈ।
ਇਹ ਸਨ ਜਿਹੜੇ ਨੁਕਤੇ ਜਿਹੜੇ ਮੈਂ ਤੁਹਾਨੂੰ ਕਿਸ਼ੋਰ ਉਮਰ ਦੇ ਵਿੱਚ ਆਮ ਸਮੱਸਿਆਵਾਂ ਖੁਰਾਕ ਦੇ ਨਾਲ ਆਉਂਦੀਆਂ ਨੇ ਉਹਨਾਂ ਦੇ ਬਾਰੇ ਤੁਹਾਨੂੰ ਚੇਤੰਨ ਕਰਨ ਵਾਸਤੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀ ਹਾਂ ਕਿ ਇਹਦੇ ਤੋਂ ਤੁਹਾਨੂੰ ਕੁਝ ਨਾ ਕੁਝ ਫ਼ਾਇਦਾ ਜ਼ਰੂਰ ਹੋਏਗਾ। ਅਤੇ ਬਾਕੀ ਜੋ ਬੈਲੈਂਸ ਡਾਇਟ ਦਾ ਟੌਪਿਕ ਹੈ ਉਹ ਮੈਂ ਅੱਜ ਨਹੀਂ ਡਿਸਕਸ ਕਰ ਰਹੀ, ਕਿਉਂਕਿ ਮੈਂ ਆਲਰੇਡੀ ਡਿਸਕਸ ਕਰ ਚੁੱਕੀ ਹਾਂ। ਅਤੇ ਜੇ ਤੁਸੀਂ ਉਹ ਸੁਣਨਾ ਚਾਹੁੰਦੇ ਹੋ ਤਾਂ ਮੇਰੀ ਚੈਨਲ ਦੇ ਉੱਤੇ ਜਾ ਕੇ ਤੁਸੀਂ ਇਸ ਨੂੰ ਸੁਣ ਸਕਦੇ ਹੋ। ਤਾਂ ਮੇਰੀਆਂ ਕਹੀਆਂ ਹੋਈਆਂ ਗੱਲਾਂ ਦੇ ਉੱਤੇ ਤੁਸੀਂ ਬੱਚਿਆਂ ਨੂੰ ਅਤੇ ਆਪਣੇ ਆਪ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰੋ, ਤਾਂ ਮੈਂ ਸਮਝਾਂਗੀ ਕਿ ਮੇਰੀ ਕੀਤੀ ਹੋਈ ਜੋ ਮਿਹਨਤ ਹੈ ਇਹ ਕੁਛ ਸਫਲ ਹੋ ਗਈ ਹੈ। ਬਾਕੀ ਭੁੱਲਾਂ ਚੁੱਕਾਂ ਦੀ ਖਿਮਾ ਦਿਓ। ਤਾਂ ਹੁਣ ਮੈਨੂੰ ਛੁੱਟੀ ਦਿਓ। ਸਤਿ ਸ੍ਰੀ ਅਕਾਲ।